ਹੈਲੋ ਫਰੈਂਡਸ, ਗਿਲਜ਼ ਮੈਂਟੋਰ ਈ ਲਰਨਿੰਗ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ। 30 ਜੁਲਾਈ ਹੈ ਤੇ ਆਪਾਂ ਰੈਡੀ ਹਾਂ ਆਪਣੇ ਕਰੰਟ ਅਫੇਅਰ ਸੈਸ਼ਨ ਦੇ ਨਾਲ। ਕਰੰਟ ਅਫੇਅਰ ਸੈਸ਼ਨ ਜਿਹੜਾ ਕਿ ਇੰਪੋਰਟੈਂਟ ਹੋਏਗਾ ਡਿਫਰੈਂਟ ਐਗਜ਼ਾਮ ਦੇ ਲਈ, ਪੰਜਾਬ ਪਟਵਾਰੀ, PCS, PPSC ਜਾਂ ਡਿਫਰੈਂਟ ਗਵਰਨਮੈਂਟ ਐਗਜ਼ਾਮ SSC, CGL, CHSL ਬੈਂਕਿੰਗ ਐਗਜ਼ਾਮਸ ਦੇ ਲਈ। ਆਪਾਂ ਸਟਾਰਟ ਕਰਦੇ ਹਾਂ ਅੱਜ ਦਾ ਸੈਸ਼ਨ ਨੂੰ ਸਟਾਰਟ ਕਰਨ ਤੋਂ ਪਹਿਲੇ ਸੈਸ਼ਨ ਨੂੰ ਸ਼ੇਅਰ ਕਰਨਾ ਸਟਾਰਟ ਕਰ ਦਿਓ। ਜਿੱਥੇ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਸੈਸ਼ਨ ਨੂੰ ਸ਼ੇਅਰ ਕਰ ਦਿਓ ਆਪਣੇ ਫਰੈਂਡਸ ਦੇ ਨਾਲ, WhatsApp, Telegram, ਜਿੱਥੇ ਵੀ ਸ਼ੇਅਰ ਕਰ ਸਕਦੇ ਹੋ ਸੈਸ਼ਨ ਨੂੰ ਸ਼ੇਅਰ ਕਰ ਦਿਓ। ਆਪਾਂ ਸਟਾਰਟ ਕਰਦੇ ਹਾਂ ਅੱਜ ਦਾ ਸੈਸ਼ਨ। ਸਭ ਤੋਂ ਪਹਿਲੇ ਆਪਾਂ ਡਿਸਕਸ ਕਰਾਂਗੇ ਉਹਨਾਂ ਨਿਊਜ਼ ਨੂੰ ਜਿਨ੍ਹਾਂ ਨੂੰ ਕੱਲ੍ਹ ਆਪਾਂ MCQ ਫਾਰਮ ਦੇ ਵਿੱਚ ਡਿਸਕਸ ਕੀਤਾ ਸੀ, ਉਹਨਾਂ ਦੀ ਰਿਵੀਜ਼ਨ ਕਰਾਂਗੇ। ਉਸ ਤੋਂ ਬਾਅਦ ਅੱਜ ਦੀ ਇੰਪੋਰਟੈਂਟ ਨਿਊਜ਼ ਨੂੰ ਡਿਸਕਸ ਕਰਾਂਗੇ MCQ ਫਾਰਮ ਦੇ ਵਿੱਚ। ਸਭ ਤੋਂ ਪਹਿਲੇ ਮਿਸ਼ਨ IBPS RRB, JEE ਪੰਜਾਬ ਪੁਲਿਸ SI ਔਰ ਪਟਵਾਰੀ ਦੇ ਲਈ ਨਵੇਂ ਬੈਚਿਸ ਜਿਹੜੇ ਸਟਾਰਟ ਕੀਤੇ ਜਾ ਰਹੇ ਨੇ। ਉਹਨਾਂ ਦੇ ਵਿੱਚ ਅਗਰ ਤੁਸੀਂ ਐਨਰੋਲ ਕਰਵਾਉਣਾ ਚਾਹੁੰਦੇ ਹੋ ਤਾਂ ਐਨਰੋਲ ਕਰਵਾਉਣ ਦੇ ਲਈ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਡੀ ਵੈਬਸਾਈਟ 'ਤੇ ਵਿਜ਼ਿਟ ਕਰ ਸਕਦੇ ਹੋ। ਵੈਬਸਾਈਟ ਨੂੰ ਵਿਜ਼ਿਟ ਕਰਕੇ ਤੁਸੀਂ ਇਸ ਦੇ ਵਿੱਚ ਐਨਰੋਲ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਅਗਰ ਤੁਸੀਂ ਮੌਕ ਟੈਸਟ ਸੀਰੀਜ਼ ਜਾਂ ਕ੍ਰੈਸ਼ ਕੋਰਸ ਬਾਏ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਸ ਵੈਬਸਾਈਟ ਨੂੰ ਵਿਜ਼ਿਟ ਕਰਕੇ ਇਹਨਾਂ ਨੂੰ ਬਾਏ ਕਰ ਸਕਦੇ ਹੋ। ਚੈਨਲ ਨੂੰ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓਜ਼ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਰਹੋ। ਆਪਾਂ ਸਟਾਰਟ ਕਰ 28 ਜੁਲਾਈ ਨੂੰ ਵਰਲਡ ਹੈਪੇਟਾਈਟਿਸ ਡੇ ਓਬਜ਼ਰਵ ਕੀਤਾ ਗਿਆ, ਜਿਸ ਦੀ ਥੀਮ ਰਹੀ ਸੀ ਹੈਪੇਟਾਈਟਿਸ ਫ੍ਰੀ ਫਿਊਚਰ। 26 ਜੁਲਾਈ ਨੂੰ 55th ਇੰਡੀਪੈਂਡੈਂਸ ਡੇ ਓਬਜ਼ਰਵ ਕੀਤਾ ਗਿਆ ਮਾਲਦੀਵਸ ਦਾ 55th ਇੰਡੀਪੈਂਡੈਂਸ ਡੇ ਕਦੋਂ ਓਬਜ਼ਰਵ ਕੀਤਾ ਗਿਆ? 26 ਜੁਲਾਈ ਨੂੰ। ਇਸ ਤੋਂ ਇਲਾਵਾ ਯਾਦ ਰੱਖਣਾ ਮਾਲਦੀਵਸ 54th ਕਾਮਨਵੈਲਥ ਮੈਂਬਰ ਵੀ ਹੈ। ਕਾਮਨਵੈਲਥ ਕੰਟਰੀਜ਼ ਦਾ 54th ਮੈਂਬਰ ਹੈ ਮਾਲਦੀਵਸ। 27 ਜੁਲਾਈ 2020 ਨੂੰ CRPF ਦਾ 82ਵਾਂ ਰੇਜ਼ਿੰਗ ਡੇ CRPF ਦਾ ਓਬਜ਼ਰਵ ਕੀਤਾ ਗਿਆ। ਸੈਂਟਰਲ ਰਿਜ਼ਰਵ ਪੁਲਿਸ ਫੋਰਸ ਇਸ ਨੂੰ 1939 ਦੇ ਵਿੱਚ ਬਣਾਇਆ ਗਿਆ ਸੀ। ਨਿਊ ਦਿੱਲੀ ਦੇ ਵਿੱਚ ਹੈੱਡਕੁਆਟਰ ਹੈ ਔਰ AP ਮਾਹੇਸ਼ਵਰੀ ਇਸ ਦੇ ਡਾਇਰੈਕਟਰ ਜਨਰਲ ਨੇ। ਨੈਕਸਟ ਹੈ DRDO, ਡਿਫੈਂਸ ਰਿਸਰਚ ਡਿਵੈਲਪਮੈਂਟ ਆਰਗੇਨਾਈਜੇਸ਼ਨ ਨੇ ਕੀ ਕਰਿਆ? ਇੱਕ ਕੋਂਟੈਸਟ ਡੇਅਰ ਟੂ ਡਰੀਮ 2.0 ਲਾਂਚ ਕੀਤਾ ਗਿਆ DRDO ਦੁਆਰਾ। ਕਿਸ ਦੇ ਲਈ? ਇਨੋਵੇਟਰਸ ਔਰ ਸਟਾਰਟਅਪਸ ਦੇ ਲਈ ਔਨ 5th ਡੈਥ ਐਨੀਵਰਸਰੀ ਆਫ APJ ਅਬਦੁਲ ਕਲਾਮ, ਫਾਰਮਰ ਪ੍ਰੈਜ਼ੀਡੈਂਟ। ਬੇਸਿਕਲੀ ਅਗਰ ਗੱਲ ਕਰੀਏ 11th ਪ੍ਰੈਜ਼ੀਡੈਂਟ ਨੇ ਇੰਡੀਆ ਦੇ APJ ਅਬਦੁਲ ਕਲਾਮ। ਇਹਨਾਂ ਦੀ ਡੈਥ ਐਨੀਵਰਸਰੀ ਸੀਗੀ 27 ਜੁਲਾਈ ਨੂੰ। ਇਸ ਦਿਨ ਇਸ ਕੋਂਟੈਸਟ ਨੂੰ ਲਾਂਚ ਕੀਤਾ DRDO ਨੇ, ਜਿਸ ਦੇ ਅੰਦਰ 10 ਲੱਖ ਦਾ ਪ੍ਰਾਈਜ਼ ਇਨੋਵੇਟਰ ਨੂੰ ਦਿੱਤਾ ਜਾਏਗਾ ਔਰ 5 ਲੱਖ ਦਾ ਪ੍ਰਾਈਜ਼ ਇੰਡੀਵਿਜੂਅਲਸ ਨੂੰ ਦਿੱਤਾ ਜਾਏਗਾ। ਨੈਕਸਟ ਹੈ ਫਾਰਮਰ ਡਿਪਟੀ ਗਵਰਨਰ ਆਫ RBI ਦੇ ਫਾਰਮਰ ਡਿਪਟੀ ਗਵਰਨਰ ਕੌਣ ਨੇ? ਵਾਇਰਲ ਵੀ ਆਚਾਰਿਆ। ਇਹਨਾਂ ਦੁਆਰਾ ਇੱਕ ਬੁੱਕ ਲਿਖੀ ਗਈ, ਕੁਐਸਟ ਫॉर ਰੀਸਟੋਰਿੰਗ ਫਾਈਨੈਂਸ਼ੀਅਲ ਸਟੇਬਿਲਿਟੀ ਇਨ ਇੰਡੀਆ। ਇਸ ਬੁੱਕ ਨੂੰ ਕਿਹਨਾਂ ਦੁਆਰਾ ਲਿਖਿਆ ਗਿਆ? ਫਾਰਮਰ RBI ਗਵਰਨਰ ਵਾਇਰਲ ਵੀ ਆਚਾਰਿਆ ਦੁਆਰਾ। ਨੈਕਸਟ ਹੈ ਅਕੋਰਡਿੰਗ ਟੂ UK ਬੇਸਡ ਕੰਪੈਰੀਟੈਕ ਨਾਮ ਦੀ ਇੱਕ ਕੰਪਨੀ UK ਦੁਆਰਾ ਅਨਾਊਂਸ ਕੀਤਾ ਗਿਆ ਬੇਸਿਕਲੀ ਇੱਕ ਇੰਡੈਕਸ, ਜਿਸ ਇੰਡੈਕਸ ਦੇ ਵਿੱਚ ਇੰਡੀਆ ਦੀ ਵਰਲਡ ਦੀ ਮੋਸਟ ਸਰਵੇਲਡ ਸਿਟੀਜ਼ ਦਾ ਨਾਮ ਜਾਰੀ ਕੀਤਾ ਗਿਆ। ਇਸਨੇ ਕਿਹਾ ਕਿ ਜਿਹੜੀ ਹੈਦਰਾਬਾਦ ਓਨਲੀ ਇੰਡੀਅਨ ਸਿਟੀ ਹੈ ਟੌਪ 20 ਦੇ ਵਿੱਚ, ਬੇਸਿਕਲੀ 16th ਨੰਬਰ 'ਤੇ ਹੈ ਟੌਪ 20 ਦੇ ਵਿੱਚ ਓਨਲੀ ਇੰਡੀਅਨ ਸਿਟੀ ਹੈਦਰਾਬਾਦ। ਲੰਡਨ ਔਰ 18, ਅਗਰ ਟੌਪ 20 ਦੀ ਗੱਲ ਕਰੀਏ 18 ਸਿਟੀਜ਼ ਉਸਦੇ ਵਿੱਚ ਚਾਈਨਾ ਦੀਆਂ ਨੇ ਔਰ ਇਕਲੌਤੀ ਐਕਸਟਰਾ ਸਿਟੀ ਕਿਹੜੀ ਹੈ? ਲੰਡਨ ਪਲੱਸ ਹੈਦਰਾਬਾਦ। ਚੇਨਈ ਦੀ ਗੱਲ ਕਰੀਏ 21st ਨੰਬਰ 'ਤੇ ਹੈ ਔਰ ਦਿੱਲੀ ਦੀ ਗੱਲ ਕਰੀਏ 33rd ਪਲੇਸ 'ਤੇ ਹੈ ਮੋਸਟ ਸਰਵੀਲਾਈਜ਼ਡ ਸਿਟੀਜ਼ ਦੇ ਵਿੱਚ। ਨੈਕਸਟ ਹੈ ਦਿੱਲੀ ਦੇ ਚੀਫ ਮਿਨਿਸਟਰ ਕੌਣ ਨੇ? ਅਰਵਿੰਦ ਕੇਜਰੀਵਾਲ। ਇਹਨਾਂ ਦੁਆਰਾ ਇੱਕ ਵੈਬ ਪੋਰਟਲ ਰੋਜ਼ਗਾਰ ਬਾਜ਼ਾਰ ਲਾਂਚ ਕੀਤਾ ਗਿਆ। ਕਿਸ ਦੇ ਲਈ? ਮਾਈਗਰੈਂਟ ਵਰਕਰਸ ਨੂੰ ਐਮਪਲੋਇਮੈਂਟ ਪ੍ਰੋਵਾਈਡ ਕਰਵਾਉਣ ਦੇ ਲਈ ਰੋਜ਼ਗਾਰ ਬਾਜ਼ਾਰ ਪੋਰਟਲ ਲਾਂਚ ਕੀਤਾ ਗਿਆ। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੁਆਰਾ ਬੇਸਿਕਲੀ 3 ICMR COVID-19 ਟੈਸਟਿੰਗ ਲੈਬੋਰੇਟਰੀਜ਼, ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਚ ਦੀਆਂ COVID-19 ਟੈਸਟਿੰਗ ਲੈਬੋਰੇਟਰੀਜ਼ ਨੂੰ ਲਾਂਚ ਕੀਤਾ ਗਿਆ, ਇਨੋਗਰੇਟ ਕੀਤਾ ਗਿਆ
ਨੋਇਡਾ, ਮੁੰਬਈ ਔਰ ਕੋਲਕਾਤਾ ਦੇ ਵਿੱਚ। ਨੋਇਡਾ, ਮੁੰਬਈ ਔਰ ਕੋਲਕਾਤਾ ਦੇ ਵਿੱਚ ਇਹਨਾਂ ਨੂੰ ਇਨੋਗਰੇਟ ਕੀਤਾ ਗਿਆ। ਨੈਕਸਟ ਹੈ ਜੈਮੀ ਵਾਰਡੀ। ਜੈਮੀ ਵਾਰਡੀ ਬ੍ਰਿਟੇਨ ਤੋਂ ਬਿਲੋਂਗ ਕਰਦੇ ਨੇ। ਇਹਨਾਂ ਨੇ ਜਿੱਤਿਆ ਫੁੱਟਬਾਲ ਪ੍ਰੀਮੀਅਰ ਲੀਗ ਦਾ ਗੋਲਡਨ ਬੂਟ ਅਵਾਰਡ। ਗੋਲਡਨ ਬੂਟ ਅਵਾਰਡ ਕਿਸਨੇ ਜਿੱਤਿਆ? ਜੈਮੀ ਵਾਰਡੀ ਨੇ। ਜੈਮੀ ਵਾਰਡੀ ਕਿੱਥੋਂ ਬਿਲੋਂਗ ਕਰਦੇ ਨੇ? ਬ੍ਰਿਟੇਨ ਤੋਂ ਬਿਲੋਂਗ ਕਰਦੇ ਨੇ। ਆਦਿਤਿਆ ਕੀ ਹੈ? ਇੰਡੀਆ ਦੀ ਪਹਿਲੀ ਸੋਲਰ ਪਾਵਰ ਫੈਰੀ ਹੈ। ਇੰਡੀਆ ਫਸਟ ਸੋਲਰ ਪਾਵਰ ਫੈਰੀ ਜਿਸ ਨੂੰ 2017 ਦੇ ਵਿੱਚ ਬਣਾਇਆ ਗਿਆ। ਵੈਂਬਨਾਦ ਲੇਕ ਕੇਰਲਾ ਦੇ ਵਿੱਚ ਜਿਹੜੀ ਟਰੈਵਲ ਕਰਦੀ ਹੈ। ਵੈਂਬਨਾਦ ਲੇਕ ਕੇਰਲਾ ਦੇ ਵਿੱਚ ਟਰੈਵਲ ਕਰਦੀ ਹੈ। ਇਸਨੇ ਗੁਸਤਾਫੇ ਟਰੋਵੇ ਅਵਾਰਡ ਜਿੱਤੇ। ਗੁਸਤਾਫੇ ਟਰੋਵੇ ਅਵਾਰਡ ਕਿਸਨੇ ਜਿੱਤਿਆ? ਆਦਿਤਿਆ, ਇੰਡੀਆ ਦੀ ਪਹਿਲੀ ਸੋਲਰ ਪਾਵਰ ਫੈਰੀ। ਨੈਕਸਟ ਹੈ ਹੋਮ ਮਿਨਿਸਟਰ। ਇੰਡੀਆ ਦੇ ਹੋਮ ਮਿਨਿਸਟਰ ਨੇ ਅਮਿਤ ਸ਼ਾਹ ਦੁਆਰਾ 100 ਇਲੈਕਟ੍ਰਿਕ ਪੋਰਟਲ ਵੀਲਸ ਡਿਸਟ੍ਰੀਬਿਊਟ ਕੀਤੇ ਗਏ ਗਾਂਧੀਨਗਰ ਗੁਜਰਾਤ ਦੇ ਵਿੱਚ। ਅੰਡਰ ਇੱਕ ਸਕੀਮ ਹੈ ਖਾਦੀ ਐਂਡ ਵਿਲੇਜ ਇੰਡਸਟਰੀਜ਼ ਕਮਿਸ਼ਨ ਦੀ, KVIC ਦੀ ਸਕੀਮ ਕੁਮਹਾਰ ਸਸ਼ਕਤੀਕਰਨ ਯੋਜਨਾ। ਇਸ ਸਕੀਮ ਦੇ ਅੰਡਰ ਇਹ ਇਲੈਕਟ੍ਰਿਕ ਪੋਰਟਲ ਵੀਲਸ ਡਿਸਟ੍ਰੀਬਿਊਟ ਕੀਤੇ ਗਏ। ਅਮਿਤ ਸ਼ਾਹ, ਗਾਂਧੀਨਗਰ, ਗੁਜਰਾਤ। ਨੈਕਸਟ ਹੈ ਇੰਡੀਆ ਔਰ UK ਨੇ 14th ਜੁਆਇੰਟ ਇਕਨੋਮਿਕ ਟ੍ਰੇਡ ਕਮਿਸ਼ਨ ਦੀ ਮੀਟਿੰਗ ਹੈਲਡ ਕੀਤੀ। ਇੰਡੀਆ ਔਰ UK ਨੇ 14th ਜੁਆਇੰਟ ਇਕਨੋਮਿਕ ਔਰ ਟ੍ਰੇਡ ਕਮਿਸ਼ਨ ਦੀ ਮੀਟਿੰਗ ਹੈਲਡ ਕੀਤੀ ਔਰ ਇੰਡੀਆ ਦੇ ਕਾਮਰਸ ਐਂਡ ਇੰਡਸਟਰੀ ਮਿਨਿਸਟਰ ਨੇ ਇਸ ਦੇ ਵਿੱਚ ਪਾਰਟਿਸਿਪੇਟ ਕੀਤਾ। ਪਿਊਸ਼ ਗੋਇਲ ਇੰਡੀਆ ਦੇ ਕਾਮਰਸ ਐਂਡ ਇੰਡਸਟਰੀਜ਼ ਮਿਨਿਸਟਰ ਨੇ ਇਸ ਦੇ ਵਿੱਚ ਪਾਰਟਿਸਿਪੇਟ ਕੀਤਾ। ਨੈਕਸਟ ਹੈ ਅਰਥ ਸਾਇੰਸ ਮਿਨਿਸਟਰ ਬੇਸਿਕਲੀ ਡਾਕਟਰ ਹਰਸ਼ਵਰਧਨ ਨੇ ਇਹਨਾਂ ਦੁਆਰਾ ਇੱਕ ਮੋਬਾਈਲ ਐਪਲੀਕੇਸ਼ਨ ਮੌਸਮ ਲਾਂਚ ਕੀਤੀ ਗਈ। ਕਦੋਂ ਲਾਂਚ ਕੀਤੀ ਗਈ? ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ IMD ਇਸ ਦਾ ਫਾਊਂਡੇਸ਼ਨ ਡੇ ਸੀਗਾ 27 ਜੁਲਾਈ ਨੂੰ। ਇਸ ਦਿਨ ਮੌਸਮ ਨਾਮ ਦੀ ਐਪਲੀਕੇਸ਼ਨ ਡਾਕਟਰ ਹਰਸ਼ਵਰਧਨ ਦੁਆਰਾ ਲਾਂਚ ਕੀਤੀ ਗਈ। ਯੂਨੀਅਨ ਹੈਲਥ ਮਿਨਿਸਟਰ ਡਾਕਟਰ ਹਰਸ਼ਵਰਧਨ ਨੇ ਪਾਰਟਿਸਿਪੇਟ ਕੀਤਾ SCO ਦੀ ਹੈਲਥ ਮਿਨਿਸਟਰਸ ਮੀਟਿੰਗ ਦੇ ਵਿੱਚ। SCO ਦੀ ਹੈਲਥ ਮਿਨਿਸਟਰਸ ਦੀ ਮੀਟਿੰਗ ਦੇ ਵਿੱਚ ਕਿਸਨੇ ਪਾਰਟਿਸਿਪੇਟ ਕੀਤਾ? ਡਾਕਟਰ ਹਰਸ਼ਵਰਧਨ ਨੇ। ਇੱਕ ਤਾਂ ਹੋ ਗਏ ਅਰਥ ਸਾਇੰਸ ਮਿਨਿਸਟਰ, ਦੂਸਰੀ ਇਹਨਾਂ ਲਵੇ ਹੈਲਥ ਮਿਨਿਸਟਰੀ ਹੋ ਗਈ ਔਰ ਤੀਸਰੀ ਇਹਨਾਂ ਲਵੇ ਸਾਇੰਸ ਐਂਡ ਟੈਕਨੋਲੋਜੀ ਮਿਨਿਸਟਰੀ। ਠੀਕ ਹੈ ਜੀ। ਚਾਂਦਨੀ ਚੌਂਕ ਦਿੱਲੀ ਤੋਂ ਲੋਕ ਸਭਾ MP ਨੇ। ਹਿਚੇਮ ਮੈਚੀਚੀ ਨੂੰ ਪ੍ਰਾਈਮ ਮਿਨਿਸਟਰ ਅਪਾਇੰਟ ਕੀਤਾ ਗਿਆ ਟੂਨੀਸ਼ੀਆ ਦੇ ਪ੍ਰਾਈਮ ਮਿਨਿਸਟਰ ਕੌਣ ਅਪਾਇੰਟ ਕੀਤੇ ਗਏ? ਹਿਚੇਮ ਮੈਚੀਚੀ। ਟੂਨੀਸ਼ੀਆ ਕੈਪੀਟਲ ਹੈ ਕਰੰਸੀ ਦਿਨਾਰ, ਟੂਨਿਸ ਕੈਪੀਟਲ ਹੈ ਕਰੰਸੀ ਦਿਨਾਰ ਚੱਲਦੀ ਹੈ ਔਰ ਇੱਥੇ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਕਈਸ ਸਈਦ ਇੱਥੇ ਦੇ ਪ੍ਰੈਜ਼ੀਡੈਂਟ ਨੇ। ਨੈਕਸਟ ਹੈ ਐਕਸਟਰਨਲ ਅਫੇਅਰਸ ਮਿਨਿਸਟਰ ਨੇ ਸੁਬਰਮਨਿਅਮ ਜੈਸ਼ੰਕਰ ਦੁਆਰਾ ਇੱਕ ਬੁੱਕ ਲਿਖੀ ਗਈ ਦ ਇੰਡੀਅਨ ਵੇ ਸਟ੍ਰੈਟੇਜੀਜ਼ ਫॉर ਐਨ ਅਨਸਰਟੇਨ ਵਰਲਡ। ਡਿਫੈਂਸ ਮਿਨਿਸਟਰਸ ਦੀ ਮੀਟਿੰਗ ਹੈਲਡ ਕੀਤੀ ਗਈ ਇੰਡੀਆ ਔਰ ਇੰਡੋਨੇਸ਼ੀਆ ਦੀ। ਕਿੱਥੇ ਹੈਲਡ ਕੀਤੀ ਗਈ? ਨਿਊ ਦਿੱਲੀ ਦੇ ਵਿੱਚ। ਇੰਡੀਆ ਵੱਲੋਂ ਰਾਜਨਾਥ ਸਿੰਘ ਨੇ ਪਾਰਟਿਸਿਪੇਟ ਕੀਤਾ ਔਰ ਇੰਡੋਨੇਸ਼ੀਆ ਦੀ ਗੱਲ ਕਰੀਏ ਜਨਰਲ ਪ੍ਰਬੋਵਾ ਸੁਬੈਂਤੋ ਵੱਲੋਂ ਇੰਡੋਨੇਸ਼ੀਆ ਦੇ ਵਿੱਚੋਂ ਪਾਰਟਿਸਿਪੇਟ ਕੀਤਾ ਗਿਆ। ਨੈਕਸਟ ਹੈ ਇੰਡੀਆ ਔਰ ਵੀਅਤਨਾਮ ਨੇ ਕੋਟਨ ਐਕਸਪੋਰਟਸ ਦੇ ਲਈ ਵੀਅਤਨਾਮ ਦੇ ਨਾਲ ਇੰਡੀਆ ਨੇ ਕੋਟਨ ਐਕਸਪੋਰਟਸ ਦੇ ਲਈ MOU ਸਾਈਨ ਕੀਤਾ। ਇਸ ਤੋਂ ਇਲਾਵਾ ਵੀਅਤਨਾਮ ਦੇ ਰਿਲੇਟਡ ਆਪਾਂ ਇੱਕ ਨਿਊਜ਼ ਹੋਰ ਡਿਸਕਸ ਕੀਤੀ ਸੀ ਗੋਲਡ ਰਿਲੇਟਡ। ਇੱਕ ਗੋਲਡ ਹੋਟਲ ਬਣਾਇਆ ਗਿਆ ਸੀ ਵੀਅਤਨਾਮ ਦੇ ਵਿੱਚ। ਨੈਕਸਟ ਹੈ ਹਾਈ ਰੈਜ਼ੋਲੂਸ਼ਨ ਮੈਪਿੰਗ ਸੈਟੇਲਾਈਟ ਜ਼ੀਓਆਨ 3 ਇੱਕ ਹਾਈ ਰੈਜ਼ੋਲੂਸ਼ਨ ਮੈਪਿੰਗ ਸੈਟੇਲਾਈਟ ਹੈ। ਇਸ ਨੂੰ ਚਾਈਨਾ ਦੁਆਰਾ ਲੌਂਗ ਮਾਰਚ 4B ਰੌਕਟ ਦੀ ਹੈਲਪ ਦੇ ਨਾਲ ਲਾਂਚ ਕੀਤਾ ਗਿਆ। ਨੈਕਸਟ ਹੈ ਇੰਡੀਆ ਨੇ ਬੰਗਲਾਦੇਸ਼ ਦੇ ਨਾਲ ਐਗਰੀਮੈਂਟ ਸਾਈਨ ਕੀਤਾ ਹੈ ਕਿਸ ਦੇ ਲਈ? ਇੱਕ 300 ਸਾਲ ਪੁਰਾਣਾ ਕਾਲੀ ਮਾਤਾ ਮੰਦਿਰ ਟੈਂਪਲ ਦੀ ਕੰਸਟਰਕਸ਼ਨ ਦੇ ਲਈ। 300 ਸਾਲ ਪੁਰਾਣਾ ਕਾਲੀ ਮਾਤਾ ਮੰਦਿਰ ਟੈਂਪਲ ਕਿੱਥੇ ਹੈ? ਨਤੌਰ ਬੰਗਲਾਦੇਸ਼ ਔਰ ਬੰਗਲਾਦੇਸ਼ ਦੇ ਸਭ ਤੋਂ ਪੁਰਾਣੇ ਟੈਂਪਲਸ ਦੇ ਵਿੱਚੋਂ ਇੱਕ ਹੈ ਇਹ। ਇਸ ਇੰਡੀਆ ਨੇ ਕੀ ਕਿਹਾ ਕਿ ਇਸ ਦੀ ਕੰਸਟਰਕਸ਼ਨ ਇੰਡੀਆ ਇਸ ਦੇ ਵਿੱਚ ਹੈਲਪ ਕਰੇਗਾ। ਬੇਸਿਕਲੀ ਇਹ ਐਗਰੀਮੈਂਟ ਦੀ ਗੱਲ ਕਰੀਏ 2016 ਦੇ ਵਿੱਚ ਸਾਈਨ ਕੀਤਾ ਗਿਆ ਸੀ। ਹੁਣ ਇਸ ਨੂੰ ਫਾਈਨਲੀ ਸਟਾਰਟ ਕੀਤਾ ਜਾ ਰਿਹਾ ਹੈ। ਠੀਕ ਹੈ ਜੀ। ਨੈਕਸਟ ਆਪਾਂ ਡਿਸਕਸ ਕਰਦੇ ਹਾਂ ਆਪਣਾ ਸਟੈਟਿਕ ਪਾਰਟ ਦੇ ਵਿੱਚ ਆਪਾਂ ਸਿਟੀਜ਼ ਡਿਸਕਸ ਕਰ ਰਹੇ ਹਾਂ ਕਿ ਕਿਹੜੀ ਸਿਟੀ ਕਿਹੜੀ ਰਿਵਰ ਦੇ ਕਿਨਾਰੇ ਹੈ। ਪਰ ਜ਼ਿਆਦਾਤਰ ਡਿਸਕਸ ਕਰ ਚੁੱਕੇ ਹਾਂ ਯਮੁਨਾ ਦੇ ਕਿਨਾਰੇ। ਆਪਾਂ 3 ਸਿਟੀਜ਼ ਡਿਸਕਸ ਕਰਾਂਗੇ ਦਿੱਲੀ, ਆਗਰਾ ਔਰ ਮਥੁਰਾ। ਇਹ ਤਿੰਨੋਂ ਯਮੁਨਾ ਰਿਵਰ ਦੇ ਕਿਨਾਰੇ ਨੇ।
यमुना रिवर के किनारे किहड़े-किहड़े ने? दिल्ली, आगरा और मथुरा। लुधियाना और फिरोजपुर ये दोनों सतलुज रिवर के किनारे ने। लुधियाना और फिरोजपुर सतलुज रिवर के किनारे ने। ठीक है जी। नैक्सट आप चलते हैं अज की फर्स्ट न्यूज़ दे वल। अज का फर्स्ट क्वेश्चन अपना इंटरनेशनल टाइगर डे या ग्लोबल टाइगर डे किस दिन नू इंटरनेशनल टाइगर डे या ग्लोबल टाइगर डे ऑब्जर्व किया गया? 29 जुलाई, यानी कि कल दे दिन इंटरनेशनल टाइगर डे और ग्लोबल टाइगर डे ऑब्जर्व किया गया। ठीक है जी। कदों ऑब्जर्व किया गया? 29 जुलाई। 28 जुलाई की गल करिए, 28 जुलाई नू वर्ल्ड नेचर कंजरवेशन डे। वर्ल्ड नेचर कंजरवेशन डे आप पहले डिस्कस कर चुके हैं। वर्ल्ड नेचर कंजरवेशन डे 28 जुलाई। इस तो इलावा एक आप कल डिस्कस किया सी वर्ल्ड हैपेटाइटिस डे। वर्ल्ड हैपेटाइटिस डे जिसकी थीम रही सी हैपेटाइटिस फ्री फ्यूचर। हैपेटाइटिस फ्री फ्यूचर। 27 जुलाई नू CRPF का रेजिंग डे ऑब्जर्व किया गया। CRPF का रेजिंग डे ऑब्जर्व किया गया 27 जुलाई नू। इस तो इलावा 27 जुलाई नू ही 11th प्रेजिडेंट डॉक्टर APJ अब्दुल कलाम की डैथ एनिवर्सरी ऑब्जर्व की गई। 26 जुलाई नू कारगिल विजय दिवस ऑब्जर्व किया गया। कारगिल विजय दिवस प्लस मालदीव्स का 55th इंडिपेंडेंस डे ऑब्जर्व किया गया। याद रखना मालदीव्स का 55th इंडिपेंडेंस डे और कारगिल विजय दिवस। 23 जुलाई नू नैशनल ब्रॉडकास्टिंग डे। नैशनल ब्रॉडकास्टिंग डे ऑब्जर्व किया गया 23 जुलाई। नेक्स्ट है हु हैज़ अज्यूम्ड चार्ज एज कमांडेंट ऑफ इंडियन नेवल अकैडमी। इंडियन नेवल अकैडमी के कमांडेंट का चार्ज किसने संभाले? कौन बने ने नवे कमांडेंट इंडियन नेवल अकैडमी के? कौन अपॉइंट किए गए हैं? MA हैम्पी होली। MA हम्पी होली नू नवे कमांडेंट बनाए गए हैं इंडियन नेवल अकैडमी के। ठीक है जी। अच्छा बाकी ऑप्शन की गल करिए। बाकी ऑप्शन के काफ़ी इंटरस्टिंग नेम्स ने। फॉर एग्जाम्पल मनोज आहूजा CBSE सेंट्रल बोर्ड ऑफ सैकेंडरी एजुकेशन के डायरैक्टर ने। सेंट्रल बोर्ड ऑफ सैकेंडरी एजुकेशन के डायरैक्टर ने रिसेंटली अपॉइंट किए गए सी। VA विद्यावथी ASI आर्कियोलॉजिकल सर्वे ऑफ इंडिया के डायरैक्टर अपॉइंट किए गए सी। आर्कियोलॉजिकल सर्वे ऑफ इंडिया ASI आर्कियोलॉजिकल सर्वे ऑफ इंडिया दे। नरेंद्र बत्रा इंडियन ओलंपिक कमेटी के हैड ने। इंडियन ओलंपिक कमेटी के हैड ने। इन्हों रिलेटेड एक न्यूज़ भी है वो आप अगे डिस्कस करांगे। इंडियन ओलंपिक कमेटी के हैड कौन है? नरेंद्र बत्रा। तरुण बजाज इकनॉमिक अफेयर्स सैक्रटरी ने। इकनॉमिक अफेयर्स सैक्रटरी कौन ने इंडिया के? तरुण बजाज इंडिया के इकनॉमिक अफेयर्स सैक्रटरी ने। ठीक है जी। नेक्स्ट है द चौक चौराहा रोड ऑफ लखनऊ उत्तर प्रदेश इज रीनेम्ड आफ्टर ऑन द नेम ऑफ। चौक चौराहा रोड है लखनऊ उत्तर प्रदेश दे विच। इसका नाम चेंज करके लालजी टंडन बेसिकली MP के गवर्नर थे। रीसेंटली इन्हों की डैथ हुई है। ठीक है। तो लालजी टंडन के नाम के उत्ते इन्होंने लखनऊ उत्तर प्रदेश के एक चौक चौराहा है उसका नाम लालजी टंडन चौराहा रख दिता है। लालजी टंडन चौराहा रख दिता है। प्लस इत्थे दी एक रोड भी है। इत्थे एक रोड है रोड सीगी हरदोई टू लखनऊ रोड नू टंडन मार्ग का नाम दिता है। टंडन मार्ग। हरदोई टू लखनऊ रोड नू टंडन मार्ग और चौराहे नू लालजी टंडन चौराहा। ठीक है। याद रखना कितने दोनों? लखनऊ उत्तर प्रदेश के विच। गवर्नर कितने दे सी? MP के गवर्नर थे। ठीक है। क्वेश्चन इस तरीके भी पूछा जा सकता है कि लालजी टंडन बेसिकली चौक चौराहा ऑफ विच स्टेट इज रीनेम्ड आफ्टर द MP गवर्नर लालजी टंडन। ठीक है। तो कन्फ्यूज़ करने के लिए MP गवर्नर का दिता गया तो हो सकता है अपना आंसर MP लगा दिए पर अपना आंसर की होएगा लखनऊ उत्तर प्रदेश। श्यामा प्रसाद मुखर्जी कोलकाता पोर्ट ट्रस्ट का नाम श्यामा प्रसाद मुखर्जी के नाम के उत्ते रखा गया सी। कोलकाता पोर्ट ट्रस्ट का नाम श्यामा प्रसाद मुखर्जी के नाम के उत्ते रखा गया सी।
एक आप डिस्कस किया सी झारखंड के एग्रीकल्चर इंस्टीट्यूट सीगा, एग्रीकल्चर इंस्टीट्यूट सीगा, उसका नाम भी श्यामा प्रसाद मुखर्जी के नाम के उत्ते रखा गया सी। अरुण जेटली इंडिया के फॉर्मर फाइनैंस मिनिस्टर रह चुके हैं। इन्होंने एक बुक रिलीज़ की थी रेजिलेंस समथिंग इस तरीके की बुक सी इन्हों की। इस तो इलावा इन्हों का एक स्टैचू पटना बिहार के लगाया गया सी। प्लस फिरोज शाह कोटला स्टेडियम जिहड़ा कि न्यू दिल्ली दे विच है, फिरोज शाह कोटला स्टेडियम न्यू दिल्ली दे विच है, इसका नाम चेंज करके अरुण जेटली स्टेडियम रखा गया सी, अरुण जेटली स्टेडियम रखा गया सी। सुषमा स्वराज इंडिया के फॉर्मर एक्सटर्नल अफेयर्स मिनिस्टर रह चुके हैं। अंबाला सिटी है हरियाणा दे विच, इसका बस स्टैंड का नाम सुषमा स्वराज जी के उत्ते रखा गया। इसके बस स्टैंड का नाम सुषमा स्वराज जी के नाम के उत्ते रखा गया। इस तो इलावा अंबाला तो याद रखना है, अंबाला दे विच डिप्लॉय किए जाएंगे रफाल डील जी कि अपने जैट्स ने जोड़े फ्रांस तो लिते हैं और यह डिप्लॉय किए जाएंगे अंबाला स्टेशन के उत्ते, अंबाला एयरफोर्स स्टेशन के उत्ते। नैक्सट है IRCTC इंडियन रेलवे केटरिंग एंड टूरिज्म कॉरपोरेशन, इंडियन रेलवे केटरिंग एंड टूरिज्म कॉरपोरेशन लिमिटेड, इसने एग्रीमेंट साइन किया है। अगर इसकी गल करिए, इसका हैडकुआटर न्यू दिल्ली के विच है और इसके हैड ने महेंद्र प्रताप। इसने एग्रीमेंट साइन किया एक बैंक के नाल को ब्रांडेड कॉन्टैक्टलैस क्रेडिट कार्ड के लिए ऑन रुपए प्लेटफॉर्म के उत्ते एक को ब्रांडेड कॉन्टैक्टलैस क्रेडिट कार्ड नू यूज़ करने लई किसने नाल साइन किया है? SBI दे नाल। बेसिकली SBI की सबसिडरी SBI कार्ड्स दे नाल, SBI कार्ड के नाल इस एग्रीमेंट नू साइन किया गया। किस दे नाल साइन किया गया? SBI कार्ड के नाल। SBI की गल करिए, रजनीश कुमार SBI के हैड ने। SBI कार्ड के बारे अगर आप गल करिए, बिल्कुल रिसेंटली अपने डिस्कस किया सी, SBI कार्ड के हैड नवे अपॉइंट किए गए थे अश्वनी कुमार नवे हैड अपॉइंट किए गए सी SBI कार्ड्स दे। ये याद रखने। HDFC बैंक हम हार नहीं मानेंगे सॉन्ग रिलीज़ किया गया सी HDFC बैंक द्वारा, जिसके लिरिक्स प्रसून जोशी द्वारा दिते गए सी और AR रहमान द्वारा उसका म्यूजिक दिता गया सी। समर ट्रीट्स कैंपेन भी HDFC बैंक द्वारा ही लॉन्च किया गया सी। ICICI बैंक द्वारा इंस्टा क्रेडिट लोन फैसिलिटी नू शुरू किया गया सी ICICI बैंक द्वारा। ICICI बैंक फर्स्ट बैंक बना सी जिसने WhatsApp के उत्ते सर्विसिज नू शुरू किया सी। यस बैंक ने रिसेंटली स्टेक बाय किया सी डिश टीवी दे विच स्टेक किहड़े बैंक ने बाय किया है? यस बैंक ने। पंजाब नैशनल बैंक, इत्थे एक क्वेश्चन पुछदे आ, पंजाब नैशनल बैंक का एक कैंपेन सीगा जिसनू डॉक्टर हर्षवर्धन ने लॉन्च किया है। इस तो इलावा आप पंजाब नैशनल बैंक के हैड का नाम भी डिस्कस किया सी SS मलिका अर्जुन राव। कुछ दिन पहले ही आप डिस्कस करके हटे हैं। पंजाब नैशनल बैंक का एक कैंपेन सीगा, उसका नाम दसना है, उस कैंपेन का नाम दसना है जिहड़ा कि लॉन्च किया गया सी डॉक्टर हर्षवर्धन द्वारा। नेक्स्ट है who has become 7th bowler to surpass the tally of 500 टेस्ट विकेट्स। क्वेश्चन है कि 500 टेस्ट विकेट्स लैन वाले अज तक 7 बॉलर बन चुके हैं, 7 बॉलर हो चुके हैं, जिस दे विचों सब तो पहले की गल करिए तो मुतीहा मुरलीधरन ने सब तो बड़ा रिकॉर्ड है इन्हों का 800 टेस्ट विकेट्स अज तक ही लै चुके हैं। मुतीहा मुरलीधरन श्रीलंका तो बिलोंग करते हैं, कितों बिलोंग करते हैं? श्रीलंका तो बिलोंग करते हैं। 7वें बॉलर कौन बने ने? स्टुअर्ट बॉर्ड जो कि इंग्लैंड तो बिलोंग करते हैं, 7वें ऐसे बॉलर बन चुके हैं जिन्होंने 500 टेस्ट विकेट्स लितियां ने। मुतीहा मुरलीधरन श्रीलंका तो बिलोंग करते हैं और याद रखना 800 का रिकॉर्ड है इन्हों का। सब तो ज़्यादा विकेट्स अज तक टेस्ट क्रिकेट के किन्होंने लितियां ने? मुतीहा मुरलीधरन। शेन वॉर्ने ऑस्ट्रेलिया तो बिलोंग करते हैं, 2nd नंबर पर इन्हों का नाम है, 2nd लार्जेस्ट शेन वॉर्ने ऑस्ट्रेलिया। 3rd नंबर पर गल करिए अनिल कुंबले इंडियन पर्सन, एक इंडियन क्रिकेटर अनिल कुंबले, काफ़ी इंपोर्टेंट नाम है इन्हों का। इन्हों ये ने जोड़े 3rd नंबर पर ने किस दे विच?
थर्ड नंबर के बॉलर ने जिन्होंने 500 टैसट विकेट्स कंप्लीट कीतियां सी। जेम्स एंडरसन इंग्लैंड तो बिलोंग करते हैं और इन्होंने भी 500 टैसट विकेट्स पूरियां कीतियां सी। ठीक है जी, ये फोर्थ नंबर पर ने याद रखना। नेक्स्ट है हु हैज़ बीन नेम्ड एज यूनाइटेड नेशंस सेक्रेटरी जनरल एंटोनियो गुटेरेस टू हिज न्यू एडवाइजरी ग्रुप ऑन क्लाइमेट चेंज। यूनाइटेड नेशंस के हैड कौन ने, सेक्रेटरी जनरल कौन ने, एंटोनियो गुटेरेस। यूनाइटेड नेशंस का हैडक्वार्टर कित्थे है, न्यूयॉर्क दे विच। ये दो चीज़ां पहले तो याद रखने ने स्टैटिक फॉर्म दे विच। ठीक है, हुण अपनी न्यूज़ की है कि यूनाइटेड नेशन के सेक्रेटरी जनरल एंटोनियो गुटेरेस ने एक ग्रुप बनाया सी, यूथ एडवाइजरी ग्रुप बनाया सी क्लाइमेट चेंज दे उत्ते। क्लाइमेट चेंज दे उत्ते पहले क्लाइमेट चेंज बारे याद रखना, सब तो पहले क्लाइमेट एमरजेंसी डिक्लेयर करने वाली कंट्री बनी सी यूके। तो यूथ एडवाइजरी ग्रुप दे विच एक इंडियन परसन नू मैंबर अपॉइंट किया गया। मैंबर अपॉइंट किया गया है, उन्होंने नाम है अर्चना सोरेंग। अर्चना सोरेंग नू यूनाइटेड नेशंस द्वारा एडवाइजरी ग्रुप दे विच क्लाइमेट चेंज का एडवाइजरी ग्रुप दे विच मैंबर अपॉइंट किया गया। ठीक है जी, इंडियन क्लाइमेट एक्टिविस्ट ने, नाम याद रखना इंपोर्टेंट है। जहनाबी फूकान नू फिक्की दी एक ऑर्गेनाइजेशन है FLO, फिक्की लेडीज़ ऑर्गेनाइजेशन के प्रेजिडेंट अपॉइंट किया गया सी जहनाबी फूकान नू। के सिवान बेसिकली इसरो के चेयरमैन ने और इन्होंने जितया सी वॉन करमन अवार्ड। रिसेंटली इन्हों नाम इस करके न्यूज़ के सीगा, इन्होंने वॉन करमन अवार्ड जितया सी, वॉन करमन अवार्ड जितया सी। रतन लाल और उमा लेले बेसिकली वर्ल्ड फूड प्राइज़ जितया सीगा रतन लाल 2020। ठीक है, प्रोफैसर ने ओयो यूनिवर्सिटी के विच। अगर इन्होंने दोनों का नाम इकट्ठा डिस्कस करिए, रतन लाल और डॉक्टर उमा लेले, इन्हों भी यूनाइटेड नेशंस द्वारा ही बेसिकली एंटोनियो गुटेरेस द्वारा ही एक ग्रुप बनाया गया सी फूड के रिलेटेड, फूड सस्टेनेबिलिटी के रिलेटेड एक ग्रुप बनाया गया सी, जिस दे विच दोनों मैंबर अपॉइंट किया गया सी। रतन लाल और उमा लेले नू फूड सस्टेनेबिलिटी के रिलेटेड यूनाइटेड नेशंस द्वारा एक ग्रुप बनाया गया सी, उस दे विच एडवाइजर अपॉइंट किया गया सी, मैंबर अपॉइंट किया गया सी। ठीक है, याद रखना। नेक्स्ट है हु हैज़ बीन अपॉइंटेड बाय गवर्नमेंट एज अ मैंबर ऑफ की पैनल दैट डील्स विद वायलेशन ऑफ इन्वायरमेंट रूल्स। इन्वायरमेंट रूल्स की गल करिए, इन्वायरमेंट रूल्स के रिलेटेड इन्वायरमेंट रूल्स नू वायलेशन करता अगर कोई, तो उसके लिए एक कमेटी बनाई गई है। वो कमेटी के मैंबर अपॉइंट किए गए हैं। कौन अपॉइंट किए गए? अनिल कुमार झा। अनिल कुमार झा फॉर्मर चेयरमैन रह चुके हैं कोल इंडिया के चेयरमैन रह चुके हैं अनिल कुमार झा। ठीक है जी, इन्हों मैंबर अपॉइंट किया गया है की पैनल जो डील करता है वायलेशन ऑफ इन्वायरमेंट रूल्स की। इस तो इलावा अगर कोल इंडिया की गल आईए तो कोल इंडिया के इस टाइम हैड कौन ने? प्रमोद अग्रवाल। बिल्कुल रिसेंटली इन्हों की अपॉइंटमेंट की गई सी। अनिल कुमार झा तो बाद प्रमोद अग्रवाल कोल इंडिया के चेयरमैन बनाए गए। ठीक है जी, इस तो इलावा अदिले सुमनरी वाला एक कमेटी बनाई गई सी बेसिकली इंडियन ओलंपिक कमेटी द्वारा एक कमेटी बनाई गई सी किस दे लई? एनुअल ग्रांट्स और फीस दे लई, एनुअल फीस और एनुअल ग्रांट्स दे लई कमेटी बनाई गई सी, जिस दे हैड अपॉइंट किए गए सी अदिले सुमनरी वाला। अनिल खुंबले, हुण इन्हां दा नाम आपां डिस्कस किया है। आईसीसी द्वारा एक कमेटी बनाई गई सी जिहड़ी जिसने कि बैन किया सी यूज़ ऑफ सैलीवा का यूज़ बैन किया सी बॉल नू शाइन करने वास्ते। उस कमेटी के हैड कौन सी? अनिल खुंबले। आप सैशन के शुरू के कहा कि नरेंद्र बत्रा जी कि इंडियन ओलंपिक कमेटी के हैड ने, इन्हों रिलेटेड एक न्यूज़ है और डिस्कस करते हैं। न्यूज़ है कि इंडियन ओलंपिक कमीशन ने 11 मैंबर कॉमनवेल्थ गेम्स एसोसीएशन ऑफ इंडिया बनाया। कॉमनवेल्थ गेम्स एसोसीएशन ऑफ इंडिया जिसके चेयरमैन अपॉइंट किए गए हैं नरेंद्र बत्रा। 2020-21 के लिए कॉमनवेल्थ गेम्स एसोसीएशन ऑफ इंडिया बनाई है। बेसिकली की करेगी ये
कि ਜਿਹੜੇ ਕਾਮਨਵੈਲਥ ਗੇਮਸ ਨੇ ਉਸ ਦੇ ਰਿਲੇਟਡ ਜਿੰਨੇ ਵੀ ਇਸ਼ੂਜ਼ ਨੇ ਜਾਂ ਜਿੰਨੇ ਵੀ ਉਸ ਦੇ ਵਿੱਚ ਪਰਸਨ ਸਿਲੈਕਟ ਕੀਤੇ ਜਾਣੇ ਨੇ ਉਹ ਸਾਰੇ ਚੀਜ਼ਾਂ ਜਿਹੜਾ ਵਰਕ ਹੈ ਸਾਰਾ ਕਾਮਨਵੈਲਥ ਗੇਮਸ ਦੇ ਰਿਲੇਟਡ ਇਹ 11 ਮੈਂਬਰ ਕਮੇਟੀ ਕਰੇਗੀ। ਇਹ 11 ਮੈਂਬਰ ਕਮੇਟੀ ਕਰੇਗੀ ਜਿਸ ਦਾ ਨਾਮ ਹੈ ਕਾਮਨਵੈਲਥ ਗੇਮਸ ਐਸੋਸੀਏਸ਼ਨ ਆਫ ਇੰਡੀਆ। ਹੈੱਡ ਕੌਣ ਨੇ? ਨਰਿੰਦਰ ਬੱਤਰਾ। ਇਸ ਤੋਂ ਇਲਾਵਾ 2022 ਦੇ ਜਿਹੜੇ ਕਾਮਨਵੈਲਥ ਗੇਮਸ ਨੇ ਬਰਮਿੰਗਮ ਇੰਗਲੈਂਡ ਦੇ ਵਿੱਚ ਹੈਲਡ ਕੀਤੇ ਜਾਣਗੇ, ਵੈਨਿਊ ਯਾਦ ਰੱਖਣਾ ਹੈ। ਇਸ ਤੋਂ ਇਲਾਵਾ 2021 ਦੇ ਵਿੱਚ ਕਾਮਨਵੈਲਥ ਯੂਥ ਗੇਮਸ ਹੈਲਡ ਕੀਤੇ ਜਾਣੇ ਸੀ ਜਿਸ ਨੂੰ ਪੋਸਟਪੋਨ ਕਰਕੇ 2023 ਕੀਤਾ ਗਿਆ ਕੋਵਿਡ-19 ਦੇ ਕਾਰਨ, ਜਿਸ ਨੂੰ ਹੋਸਟ ਕਰੇਗੀ ਤ੍ਰਿਨਾਡ ਔਰ ਤੋਬਾਗੋ। ਤ੍ਰਿਨਾਡ ਐਂਡ ਤੋਬਾਗੋ ਇਸ ਨੂੰ ਹੋਸਟ ਕਰਨਗੇ। ਠੀਕ ਹੈ ਜੀ, ਇਹ ਯਾਦ ਰੱਖਣਾ ਹੈ। ਨੈਕਸਟ ਹੈ who has launched BIS Care application। BIS Care application ਨੂੰ ਕਿਸਨੇ ਲਾਂਚ ਕੀਤਾ? ਬੇਸਿਕਲੀ ਕਿਸ ਦੇ ਲਈ ਕਿ ISI ऑथेंटिसिटी और हालमार्क क्वालिटी सर्टिफाइड प्रोडक्ट्स, बेसिकली इंडियन स्टैंडर्ड इंस्टीट्यूट ऑफ इंडिया। ਇਹਨਾਂ ਕੀ ਹੁੰਦਾ ਹੈ ਕਿ ਜਿਹੜੇ ਪ੍ਰੋਡਕਟਸ ਹੁੰਦੇ ਨੇ ਉਸ ਦੇ ਵਿੱਚ ISI ਮਾਰਕਾ ਸੁਣਿਆ ਹੋਵੇਗਾ ਤੁਸੀਂ ਵੀ, ISI ਮਾਰਕਾ ਲੱਗਿਆ ਹੋਣਾ। ਜਿੱਦਾਂ ਆਪਾਂ ਪੰਜਾਬੀ ਦੇ ਵਿੱਚ ਨੋਰਮਲੀ ਗੱਲ ਕਰਦੇ ਹਾਂ, ਸਮਥਿੰਗ ਇਸ ਤਰੀਕੇ ਦਾ ਟ੍ਰਾਇੰਗਲ ਦੀ ਸ਼ੇਪ ਦੇ ਵਿੱਚ ਇੱਕ ਲੋਗੋ ਬਣਿਆ ਹੁੰਦਾ ਕਾफ़ੀ ਚੀਜ਼ਾਂ ਦੇ ਉੱਤੇ, ਬੇਸਿਕਲੀ ਖਾਣ ਵਾਲੀ ਚੀਜ਼ਾਂ, ਹੋਰ ਵੀ ਕਾफ़ੀ ਚੀਜ਼ਾਂ ਹੁੰਦੀਆਂ ਜਿਸ ਦੇ ਉੱਤੇ ਇਹ ਲੋਗੋ ਬਣਿਆ ਹੁੰਦਾ। ਠੀਕ ਹੈ, ਤਾਂ BIS ਕੇਅਰ ਐਪਲੀਕੇਸ਼ਨ ਉਸ ਨੂੰ ਚੈੱਕ ਕਰਨ ਦੇ ਲਈ, ਉਸਦੀ ਔਥੈਂਟਿਸਿਟੀ ਚੈੱਕ ਕਰਨ ਦੇ ਲਈ ਕਿ ਅੱਜ ਕੱਲ੍ਹ ਜਿਹੜੀ ਚੀਜ਼ਾਂ ਨੇ ਉਸਦੀ ਕਾਪੀ ਕੀਤਾ ਜਾ ਰਿਹਾ ਹੈ ਲੋਗੋ ਨੂੰ, ਤਾਂ ਇਸਦੀ ਔਥੈਂਟਿਸਿਟੀ ਚੈੱਕ ਕਰਨ ਦੇ ਲਈ BIS ਕੇਅਰ ਐਪਲੀਕੇਸ਼ਨ ਨੂੰ ਕਿਸ ਨੇ ਲਾਂਚ ਕੀਤਾ ਹੈ? ਰਾਮ ਵਿਲਾਸ ਪਾਸਵਾਨ ਨੇ। ਰਾਮ ਵਿਲਾਸ ਪਾਸਵਾਨ ਫੂਡ ਐਂਡ ਪਬਲਿਕ ਡਿਸਟ੍ਰੀਬਿਊਸ਼ਨ ਮਿਨਿਸਟਰ ਨੇ, ਪਲੱਸ ਕੰਜ਼ਿਊਮਰ ਅਫੇਅਰਸ ਮਿਨਿਸਟਰ ਨੇ। ਕੰਜ਼ਿਊਮਰ ਅਫੇਅਰਸ, ਫੂਡ ਐਂਡ ਪਬਲਿਕ ਡਿਸਟ੍ਰੀਬਿਊਸ਼ਨ ਮਿਨਿਸਟਰੀ ਹੋਲਡ ਕਰ ਰਹੇ ਨੇ। ਇਹ ਰਾਜ ਸਭਾ MP ਨੇ ਬਿਹਾਰ ਤੋਂ, ਰਾਜ ਸਭਾ MP ਨੇ ਬਿਹਾਰ ਤੋਂ। ਡਾਕਟਰ ਹਰਸ਼ਵਰਧਨ ਹੁਣੇ ਆਪਾਂ ਡਿਸਕਸ ਕਰਕੇ ਹਟੇ ਹਾਂ, ਦੁਬਾਰਾ ਨਹੀਂ ਡਿਸਕਸ ਕਰਾਂਗੇ। ਹੈਲਥ ਮਿਨਿਸਟਰ ਪਲੱਸ ਜਿੰਨੇ ਵੀ ਮਿਨਿਸਟਰ ਨੇ ਇਹਨਾਂ ਲਵੇ। ਰਵੀ ਸ਼ੰਕਰ ਪ੍ਰਸਾਦ IT ਮਿਨਿਸਟਰੀ, लॉ एंड जस्टिस मिनिस्ट्री, IT लॉ एंड जस्टिस और कम्युनिकेशन मिनिस्ट्री है, पटना बिहार तो लोक सभा MP। हरसिमरत कौर बादल फूड प्रोसैसिंग मिनिस्ट्री है, फूड प्रोसैसिंग मिनिस्ट्री है, बठिंडा पंजाब तो लोक सभा MP ने। निर्मला सीतारमन फाइनेंस मिनिस्टर प्लस कॉरपोरेट अफेयर्स मिनिस्ट्री है, राज्य सभा MP ने कर्नाटका तो। इन्हां रिलेटेड एक न्यूज़ है और डिस्कस कर लेने। यूनियन मिनिस्टर ऑफ फाइनेंस एंड कॉरपोरेट अफेयर्स इन्हों ने एक मीटिंग हैल्ड की 5th एनुअल मीटिंग ऑफ बोर्ड ऑफ गवर्नर्स ऑफ एशियन इंफ्रास्ट्रक्चर इन्वेस्टमेंट बैंक, AIIB, एशियन इंफ्रास्ट्रक्चर इन्वेस्टमेंट बैंक की एक मीटिंग नू, बोर्ड ऑफ गवर्नर्स की मीटिंग नू हैल्ड किया गया, अटेंड किया गया इंडिया वालों फाइनेंस मिनिस्टर निर्मला सीतारमन द्वारा, जिसकी थीम रही सी AIIB 230 सपोर्टिंग एशियाज डेवलपमेंट ओवर द नैक्सट डिकेड। अगले 10 सालों के लिए बेसिकली AIIB 2030 इसकी थीम रखी गई कि एशिया की डेवलपमेंट अगले 10 सालों के किस तरीके ना की जाएगी। AIIB हैडकुआटर बीजिंग चाइना के है और इसके रिलेटेड एक होर न्यूज़ सी कि जोड़े इसके प्रेजिडेंट ने जिम लिक्विन, इन्हों की टर्म खत्म हो गई सी और इन्होंने रीअपॉइंट किया गया प्रेजिडेंट ऑफ AIIB, सैकेंड टर्म के लिए जिम लिक्विड नू अपॉइंट किया गया। नैक्सट है प्राइम मिनिस्टर नरेंद्र मोदी। इंडिया के प्राइम मिनिस्टर कौन ने? नरेंद्र मोदी। और एक होर कंट्री के प्राइम मिनिस्टर मिल के उस कंट्री की सुप्रीम कोर्ट की बिल्डिंग नू इनोग्रेट करनगे। इंडिया के प्राइम मिनिस्टर और उस कंट्री के प्राइम मिनिस्टर दोनों मिलके उस कंट्री की सुप्रीम कोर्ट की बिल्डिंग नू इनोग्रेट करनगे। किहड़ी कंट्री की सुप्रीम कोर्ट की बिल्डिंग? मॉरिशस। फोर्थ ऑप्शन मॉरिशस के जोड़े प्राइम मिनिस्टर ने प्रवीण जगनौथ मॉरिशस के प्राइम मिनिस्टर ने, यह प्लस इंडिया प्राइम मिनिस्टर नरेंद्र मोदी दोनों मिलके मॉरिशस की सुप्रीम कोर्ट की बिल्डिंग जिसनों इंडिया द्वारा बनाया गया है, दोनों मिलके इसनों इनोग्रेट करनगे। ठीक है जी, ये याद रखना है। प्लस बाकी ऑप्शन के अगर गल करिए, पहले कैपिटल्स और करंसी डिस्कस कर लेने। टूनीशिया कैपिटल टूनिस, करंसी दिनार चलती है। UAE कैपिटल आबू धाबी, करंसी दिरहम चलती है। मालदीव्स कैपिटल माले, करंसी रुपया। बांग्लादेश कैपिटल ढाका, करंसी टका चलती है। ठीक है जी, हुण टूनिस के रिलेटेड आप हुणे न्यूज़ डिस्कस करके हटी है, आप दोबारा नहीं डिस्कस कर रहे। UAE के रिलेटेड अगर गल करिए तो UAE दे दुबई दे विच IPL हैल्ड किया जाएगा। इस साल IPL कितने हैल्ड किया जाएगा? UAE दे विच।
ਮਾਲਦੀਵਸ ਦੇ ਵਿੱਚ ਅਗਰ ਹੈਲਥ ਫੈਸਿਲਿਟੀਜ਼ ਦੇ ਲਈ ਐਗਰੀਮੈਂਟ ਸਾਈਨ ਕੀਤਾ ਗਿਆ, ਤੁਹਾਨੂੰ ਯਾਦ ਹੋਏਗਾ। ਇਸ ਤੋਂ ਇਲਾਵਾ ਅਗਰ ਗੱਲ ਕਰੀਏ ਆਪਾਂ ਦੋ ਆਈਲੈਂਡ ਦੇ ਵਿੱਚ, ਮਾਲਦੀਵਸ ਦੇ 2 ਆਈਲੈਂਡ ਦੇ ਵਿੱਚ ਫਿਸ਼ ਪ੍ਰੋਡਕਸ਼ਨ ਪਲਾਂਟ ਵੀ ਲਾਂਚ ਬਣਾਇਆ ਜਾਏਗਾ ਇੰਡੀਆ ਦੁਆਰਾ। ਮਾਲਦੀਵਸ ਦੇ ਨਾਲ ਇੰਡੀਆ ਕਾफ़ी ज़्यादा ਸਮਝੌਤੇ ਕਰ ਰਿਹਾ ਹੈ, ਯਾਦ ਰੱਖਣੇ ਨੇ। ਇਸ ਤੋਂ ਇਲਾਵਾ ਕੁਝ ਨਿਊਜ਼ ਨੇ। UAE ਦੇ ਰਿਲੇਟਡ ਇੱਕ ਨਿਊਜ਼ ਸੀ ਕਿ ਵਰਲਡ ਦਾ ਲਾਰਜੈਸਟ ਸੋਲਰ ਪਾਵਰ ਪਲਾਂਟ ਜਿਸ ਦੀ ਕੈਪੈਸਿਟੀ ਹੋਏਗੀ 2 ਗੀਗਾਵਾਟਸ ਦੀ ਜਿਹੜੀ ਕੈਪੈਸਿਟੀ ਵਾਲਾ ਵਰਲਡ ਦਾ ਲਾਰਜੈਸਟ ਸੋਲਰ ਪਾਵਰ ਪਲਾਂਟ ਆਬੂ ਧਾਬੀ UAE ਦੇ ਵਿੱਚ ਬਣਾਇਆ ਜਾਏਗਾ। ਜਿਹੜਾ ਕਿ ਕਦੋਂ ਤੱਕ ਬਣ ਜਾਏਗਾ? 2022 ਦੇ ਹਾਫ ਤੱਕ। ਮਾਲਦੀਵਸ ਦੀ ਗੱਲ ਕਰੀਏ, ਮਾਲਦੀਵਸ ਨੂੰ ਇੰਡੀਆ ਦੁਆਰਾ ਬੇਸਿਕਲੀ SBI ਦੁਆਰਾ, ਸਟੇਟ ਬੈਂਕ ਆਫ ਇੰਡੀਆ ਦੁਆਰਾ 16.20 ਮਿਲੀਅਨ ਦਾ ਲੋਨ ਪ੍ਰੋਵਾਈਡ ਕੀਤਾ ਗਿਆ ਹੈ ਕੋਵਿਡ-19 ਨੂੰ ਟੈਕਲ ਕਰਨ ਦੇ ਲਈ। ਬੇਸਿਕਲੀ ਕੋਵਿਡ-19 ਦੇ ਦੌਰਾਨ ਬਿਜ਼ਨਸ ਨੂੰ, ਉੱਥੇ ਦੇ ਲੋਕਲ ਬਿਜ਼ਨਸ ਨੂੰ ਟੈਕਲ ਕਰਨ ਦੇ ਲਈ 16.20 ਮਿਲੀਅਨ ਰੁਪੀਜ਼ ਦਾ ਲੋਨ ਪ੍ਰੋਵਾਈਡ ਕੀਤਾ ਗਿਆ। ਬੰਗਲਾਦੇਸ਼ ਦੀ ਇੱਕ ਕ੍ਰਿਕਟਰ ਨੇ ਕਾਜ਼ੀ ਓਨੀਕ ਬੰਗਲਾਦੇਸ਼ ਤੋਂ ਬਿਲੋਂਗ ਕਰਦੇ ਨੇ, ਕ੍ਰਿਕਟ ਤੋਂ ਬਿਲੋਂਗ ਕਰਦੇ ਨੇ। ਇਹਨਾਂ ਨੂੰ 2 ਸਾਲ ਦੇ ਲਈ ਬੈਨ ਕੀਤਾ ਗਿਆ ਡੋਪਿੰਗ ਦੇ ਕਾਰਨ। ਇਹਨਾਂ ਨੂੰ 2 ਸਾਲ ਦੇ ਲਈ, ਕਾਜ਼ੀ ਓਨੀਕ ਨੂੰ 2 ਸਾਲ ਦੇ ਲਈ ਬੈਨ ਕੀਤਾ ਗਿਆ। ਨੈਕਸਟ ਹੈ, ਵਿਚ ਕੰਟਰੀ ਬਿਕਮਸ ਦਾ 4th ਕੰਟਰੀ, ਕਿਹੜੀ ਕੰਟਰੀ 4th ਕੰਟਰੀ ਬਣੇਗੀ ਟੂ ਸਸਪੈਂਡ ਐਕਸਟ੍ਰੈਡੀਸ਼ਨ ਟ੍ਰੀਟੀ ਵਿਦ ਹਾਂਗਕਾਂਗ। अगर ਹਾਂਗਕਾਂਗ ਦੀ ਗੱਲ ਕਰੀਏ, ਇਸ ਦੀ ਆਰਗੇਨਾਈਜੇਸ਼ਨ ਹੈ ਬੇਸਿਕਲੀ ਚਾਈਨਾ ਦੇ ਹੱਥ 'ਚ। ਇਸ ਦੀ ਜਿਹੜੀ ਆਰਗੇਨਾਈਜੇਸ਼ਨ ਹੈ ਸਾਰੀ ਕਿਸ ਦੇ ਹੱਥ 'ਚ ਹੈ? ਚਾਈਨਾ ਦੇ ਹੱਥ 'ਚ। ਇਸ ਦੇ ਵਿੱਚ ਜਿਹੜੇ ਲਾਜ਼ ਸਾਰੇ ਕੰਮ ਕਰਦੇ ਨੇ ਉਹ ਚਾਈਨਾ ਦੇ ਨੇ। ਇਸ ਤੋਂ ਇਲਾਵਾ ਅਗਰ ਹਾਂਗਕਾਂਗ ਗੱਲ ਕਰੀਏ, ਬੇਸਿਕਲੀ ਇੱਕ ਡਿਫਰੈਂਟ ਕੰਟਰੀ ਹੈ, ਪਰ ਸਾਰੀ ਵਰਕਿੰਗ ਹੈ ਜਿਹੜੀ ਉਹ ਚਾਈਨਾ ਹੋਲਡ ਕਰ ਰਿਹਾ ਸੀ। ਚਾਈਨਾ ਦੀ ਇੱਕ ਤਰੀਕੇ ਨਾਲ ਡੋਮੀਨੈਂਸ ਹੈ ਹਾਂਗਕਾਂਗ ਦੇ ਉੱਤੇ, ਠੀਕ ਹੈ। ਜਿਸ ਕਾਰਨ ਕੁਝ ਕੰਟਰੀਜ਼ ਨੇ ਜਿਹੜੀਆਂ ਉਹ ਐਕਸਟ੍ਰੈਡੀਸ਼ਨ ਟ੍ਰੀਟੀ ਦੇ ਬਾਰੇ ਆਪਾਂ ਡਿਸਕਸ ਕੀਤਾ ਹੋਇਆ ਹੈ ਕਿ ਅਗਰ ਇੱਕ ਪਰਸਨ ਹੈ ਅਗਰ ਇੱਕ ਕੰਟਰੀ ਦੇ ਵਿੱਚ ਰਹਿੰਦਾ ਹੈ ਔਰ ਉਹ ਉਸ ਕੰਟਰੀ ਤੋਂ ਭੱਜ ਕੇ ਦੂਸਰੀ ਕੰਟਰੀ ਦੇ ਵਿੱਚ ਚਲਾ ਜਾਂਦਾ ਹੈ, ਤਾਂ ਅਗਰ ਉਹਨਾਂ ਦੋਨਾਂ ਕੰਟਰੀਜ਼ ਦੇ ਵਿੱਚ ਐਕਸਟ੍ਰੈਡੀਸ਼ਨ ਟ੍ਰੀਟੀ ਹੈ ਤਾਂ ਉਸ ਪਰਸਨ ਨੂੰ ਵਾਪਸ ਲੈ ਕੇ ਆਇਆ ਜਾ ਸਕਦਾ ਹੈ। ਪਰ ਅਗਰ ਉਹ ਐਕਸਟ੍ਰੈਡੀਸ਼ਨ ਟ੍ਰੀਟੀ ਨਹੀਂ ਹੈ ਤਾਂ ਉਹ ਪਰਸਨ ਨੂੰ ਵਾਪਸ ਨਹੀਂ ਲੈ ਕੇ ਆਇਆ ਜਾ ਸਕਦਾ, ਠੀਕ ਹੈ। ਤਾਂ ਇਹ ਜਿਹੜੀ ਟ੍ਰੀਟੀ ਹੈ ਇਸ ਨੂੰ ਕੈਂਸਲ ਕਰ ਦਿੱਤਾ ਹੈ, ख़त्म ਕਰ ਦਿੱਤਾ ਹੈ। ਕਿਹੜੀ ਕੰਟਰੀ ਨੇ? ਨਿਊਜ਼ੀਲੈਂਡ ਨੇ ਹਾਂਗਕਾਂਗ ਦੇ ਨਾਲ ਇਸ ਨੂੰ ख़त्म ਕਰ ਦਿੱਤਾ ਔਰ ਇਹ ਐਸੀ 4th ਕੰਟਰੀ ਬਣ ਚੁੱਕੀ ਹੈ ਆਫਟਰ ਆਸਟ੍ਰੇਲੀਆ, ਕੈਨੇਡਾ ਔਰ UK। ਆਸਟ੍ਰੇਲੀਆ ਨੇ ਸਭ ਤੋਂ ਪਹਿਲੇ ख़त्म ਕੀਤੀ, ਫਿਰ ਕੈਨੇਡਾ ਨੇ, ਫਿਰ UK ਨੇ ਔਰ ਹੁਣ ਫਾਈਨਲੀ ਨਿਊਜ਼ੀਲੈਂਡ ਨੇ ਵੀ ਐਕਸਟ੍ਰੈਡੀਸ਼ਨ ਟ੍ਰੀਟੀ ਨੂੰ ਹਾਂਗਕਾਂਗ ਦੇ ਨਾਲ ਸਸਪੈਂਡ ਕਰ ਦਿੱਤਾ ਹੈ, ਠੀਕ ਹੈ ਜੀ। ਇਹ ਸਾਰੇ ਚੀਜ਼ਾਂ ਕਿਉਂ ਹੋ ਰਹੀਆਂ ਨੇ? ਕਿਉਂਕਿ ਜਿਹੜੀ ਚਾਈਨਾ ਦੀ ਡੋਮੀਨੈਂਸ ਹੈ, ਚਾਈਨਾ ਦੇ ਸਾਰੇ ਜਿਹੜੇ ਦੇਸ਼ ਨੇ, ਡਿਫਰੈਂਟ ਕੰਟਰੀਜ਼ ਨੇ ਚਾਈਨਾ ਦੇ ਖਿਲਾਫ ਹੋ ਰਹੀਆਂ ਨੇ। ਕਿਉਂਕਿ ਚਾਈਨਾ ਕਹਿ ਸਕਦੇ ਹਾਂ ਵੀ षड्यंत्र ਕਰ ਰਿਹਾ ਇੱਕ ਤਰੀਕੇ ਨਾਲ ਕਿ ਡਿਫਰੈਂਟ ਕੰਟਰੀਜ਼ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ, ਆਪਣੀ ਡੋਮੀਨੈਂਸ ਇੰਕਰੀਜ਼ ਕਰਨਾ ਚਾਹੁੰਦਾ ਹੈ, ਠੀਕ ਹੈ। ਇਹ ਯਾਦ ਰੱਖਣਾ। ਇਸ ਤੋਂ ਇਲਾਵਾ ਕੁਝ ਨਿਊਜ਼ ਹੈ ਸ਼੍ਰੀਲੰਕਾ ਦੇ ਰਿਲੇਟਡ। ਇੰਡੀਆ ਨੇ ਕੀ ਕਰਿਆ? ਇੱਕ ਸੋਲਰ ਪਾਵਰ ਪਲਾਂਟ ਸੈਟਅਪ ਕਰਨ ਦੀ ਗੱਲ ਕੀਤੀ ਹੈ ਸ਼੍ਰੀਲੰਕਾ ਦੇ ਵਿੱਚ। ਇੰਡੀਆ ਸ਼੍ਰੀਲੰਕਾ ਦੇ ਵਿੱਚ ਇੱਕ ਸੋਲਰ ਪਾਵਰ ਪਲਾਂਟ ਸੈਟਅਪ ਕਰੇਗਾ। ਬੇਸਿਕਲੀ ਇਹ ਜੁਆਇੰਟ ਵੈਂਚਰ ਹੋਏਗਾ NTPC ਦਾ, ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਔਰ ਇੰਟਰਨੈਸ਼ਨਲ ਸੋਲਰ ਅਲਾਇੰਸ ਦੁਆਰਾ ਮਿਲ ਕੇ ਇੰਡੀਅਨ ਓਸ਼ੀਅਨ ਰੀਜਨ ਦੇ ਵਿੱਚ ਜਿਹੜੀ ਇਨਵੈਸਟਮੈਂਟ ਇਹ ਕਿਉਂ ਕੀਤੀ ਜਾ ਰਹੀ ਹੈ? ਤਾਂ ਕਿ ਚਾਈਨਾ ਦੀ ਡੋਮੀਨੈਂਸ ਨੂੰ ख़त्म ਕੀਤਾ ਜਾ ਸਕੇ। ਬੇਸਿਕਲੀ ਇਹ ਨਿਊਜ਼ ਵੀ ਸਾਰੀ ਚਾਈਨਾ ਰਿਲੇਟਡ ਹੀ ਹੈ ਕਿ ਚਾਈਨਾ ਦੀ ਡੋਮੀਨੈਂਸ ਹੈ ਜਿਹੜੀ ਉਹ ਇੰਡੀਅਨ ਓਸ਼ੀਅਨ ਦੇ ਵਿੱਚ ਇੰਕਰੀਜ਼ ਹੋ ਰਹੀ ਹੈ। ਤਾਂ ਡਿਫਰੈਂਟ ਕੰਟਰੀਜ਼, ਬੇਸਿਕਲੀ ਇੰਡੀਆ ਮਾਲਦੀਵਸ ਦੇ ਵਿੱਚ ਇੰਨਾ ਸਾਰਾ ਜਿਹੜੇ ਐਗਰੀਮੈਂਟਸ ਨੇ ਮਾਲਦੀਵਸ ਦੇ ਨਾਲ ਕਿਉਂ ਕਰ ਰਿਹਾ, ਮਾਲਦੀਵਸ ਦੇ ਵਿੱਚ ਇਨਵੈਸਟਮੈਂਟ ਕਿਉਂ ਕਰ ਰਿਹਾ, ਤਾਂ ਕਿ ਜਿਹੜੀ ਚਾਈਨਾ ਦੀ ਡੋਮੀਨੈਂਸ ਹੈ ਇੰਡੀਅਨ ਓਸ਼ੀਅਨ ਦੇ ਵਿੱਚ ਉਸ ਨੂੰ ਰਿਡਿਊਸ ਕੀਤਾ ਜਾ ਸਕੇ। ਇਸ ਤੋਂ ਇਲਾਵਾ ਅਗਰ ਗੱਲ ਕਰੀਏ ਇੰਟਰਨੈਸ਼ਨਲ ਸੋਲਰ ਅਲਾਇੰਸ ਦੀ, ਤਾਂ ਇਸਦੇ ਡਾਇਰੈਕਟਰ ਜਨਰਲ ਉਪੇਂਦਰ ਤ੍ਰਿਪਾਠੀ ਨੇ ਗੁਰੂਗ੍ਰਾਮ ਹਰਿਆਣਾ ਦੇ ਵਿੱਚ ਇੰਟਰਨੈਸ਼ਨਲ ਸੋਲਰ ਅਲਾਇੰਸ ਦਾ ਹੈੱਡਕੁਆਟਰ ਹੈ। ਕੁਝ ਦਿਨ ਪਹਿਲੇ ਹੀ ਆਪਾਂ ਇਸ ਦੀ ਕਹਿ ਸਕਦੇ ਹਾਂ ਫਾਊਂਡੇਸ਼ਨ ਡੇ ਵੀ ਇਸ ਦਾ ਓਬਜ਼ਰਵ ਕੀਤਾ ਸੀ। NTPC ਦੇ ਫੁੱਲ ਫਾਰਮ ਹੈ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਔਰ ਨਿਊ ਦਿੱਲੀ ਦੇ ਵਿੱਚ ਹੈੱਡਕੁਆਟਰ ਹੈ। ਇਸ ਦੇ MD ਨੇ ਗੁਰਦੀਪ ਸਿੰਘ। NTPC ਦੇ MD ਕੌਣ ਨੇ? ਗੁਰਦੀਪ ਸਿੰਘ। ਵਿਚ ਸਟੇਟ ਗੌਰਮੈਂਟ ਹੈਜ਼ ਡਿਵੈਲਪਡ ਅ ਨਿਊ ਐਪਲੀਕੇਸ਼ਨ ਹਿਤਾਮ ਨਾਮ ਦੀ ਐਪਲੀਕੇਸ਼ਨ ਹੋਮ ਆਈਸੋਲੇਸ਼ਨ ਟੈਲੀਮੈਡੀਸਿਨ ਐਂਡ ਮੋਨੀਟਰਿੰਗ। ਜਦੋਂ ਮੈਂ ਇਸ ਨੂੰ ਸਟੱਡੀ ਕੀਤਾ ਹਾਤੀਮ ਪੜ੍ਹ ਲਿਆ ਸੀ। ਹਿਤਾਮ ਨਾਮ ਦੀ ਐਪਲੀਕੇਸ਼ਨ ਹੈ
होम आइसोलेशन, टैलीमैडिसिन एंड मॉनीटरिंग। कोविड-19 पेशेंट्स ने जिहड़े उन्हां ने जिहड़े होम क्वारंटाइन किए गए ने उन्हां नूं प्राइवेट डॉक्टर्स की सर्विसिज प्रोवाइड करवाउण दे लई हिताम नाम की एप्लीकेशन लॉन्च की गई है। हिताम नाम की एप्लीकेशन किहड़ी स्टेट ने लॉन्च की है? तेलंगाना द्वारा। तेलंगाना द्वारा हिताम नाम की एप्लीकेशन नूं लॉन्च किया गया। ठीक है जी। अच्छा, तेलंगाना द्वारा ही रीसेंटली तेलंगाना द्वारा होर की चीज़ां कीतियां गईयां सी? तेलंगाना द्वारा रायतू बंधु एप्लीकेशन कित्थे दी है? तेलंगाना दी। तेलंगाना के हैदराबाद दे विच वर्ल्ड दा लार्जेस्ट मैडिटेशन सेंटर ओपन किया गया सी। हिताम एप्लीकेशन कित्थे लॉन्च की गई है? तेलंगाना द्वारा। ठीक है जी। इस तो इलावा होर की डिस्कस कर सकते हैं आप तेलंगाना बारे? तेलंगाना बारे अगर कोई न्यूज़ है थोड़े दिमाग दे विच आ रही है, कमेंट बॉक्स दे विच जरूर दसनी है तुसीं। मेरे दिमाग दे विच तेलंगाना रिलेटेड न्यूज़ सीगी, माइंड चो स्किप कर रही है इस टाइम। तेलंगाना द्वारा TS वैदर एप्लीकेशन रिसेंटली तेलंगाना द्वारा लॉन्च की गई सी। आंध्र प्रदेश के रिगार्डिंग अगर आप डिस्कस करिए, रायतू भरोसा एप्लीकेशन, नाडू नेडू प्रोग्राम, नेतनम नेशम स्कीम, अम्मा वोदी स्कीम, इस तो इलावा जगन्नाथ चेदोदू स्कीम, YSR निर्माण पोर्टल, इस तो इलावा होर भी काफ़ी स्कीम्स ने जी आंध्र प्रदेश गौरमेंट द्वारा मत्स्यकरा भरोसा स्कीम लॉन्च की गई सी आंध्र प्रदेश द्वारा। तेलंगाना का तेलाई रूमाल इसनों रीसेंटली GI टैग दिता गया सी, ये भी याद रखना है। ठीक है। इस तो इलावा कुछ न्यूज़ डिस्कस कर लेने। तमिलनाडु रिलेटेड, तमिलनाडु गवर्नमेंट द्वारा फ्री मास्क डिस्ट्रीब्यूशन स्कीम लॉन्च की गई है। तमिलनाडु गवर्नमेंट ने कहा कि 4.44 करोड़ बेसिकली कह सकते हैं 4 करोड़ 44 लाख रीयूजेबल मास्क डिस्ट्रीब्यूट किए जाएंगे कोविड-19 के नाल फाइट करने के लिए। लोगों को 4.44 करोड़ रीयूजेबल मास्क गवर्नमेंट द्वारा डिस्ट्रीब्यूट किए जाएंगे। एक स्कीम लॉन्च की गई, फ्री मास्क डिस्ट्रीब्यूशन स्कीम तमिलनाडु द्वारा। यूपी की गल करिए, यूपी के गवर्नर ने जोड़े आनंदीबेन पटेल यूपी के गवर्नर ने रिसेंटली इन्हों MP का एडिशनल चार्ज भी दिता गया, याद रखना है। और इन्हों द्वारा एक एजुकेशनल चैनल स्वयं प्रभा नाम का एजुकेशनल चैनल लॉन्च किया गया उत्तर प्रदेश द्वारा स्वयं प्रभा नाम का एजुकेशनल चैनल किसने लॉन्च किया है? आनंदीबेन पटेल ने। क्वेश्चन ये भी पूछा जा सकता है कि किहड़ी स्टेट द्वारा लॉन्च किया गया है? उत्तर प्रदेश द्वारा। या पूछा जा सकता है किस पर्सन द्वारा लॉन्च किया गया? आनंदीबेन पटेल द्वारा। नेक्स्ट है भारतीय एक्सा जनरल इंश्योरेंस ने क्रॉप इंश्योरेंस कैंपेन बहुत ज़रूरी है नाम का एक कैंपेन बेसिकली फार्मर्स नू क्रॉप इंश्योरेंस प्रोवाइड करवाने लिए एक कैंपेन लॉन्च किया भारतीय एक्सा जनरल इंश्योरेंस ने। किहड़ी स्टेट दे विच कह सकते हैं? किहड़ी स्टेट दे विच? बोथ 1 and 2 महाराष्ट्र और कर्नाटका दे विच बहुत ज़रूरी है कैंपेन भारतीय एक्सा जनरल इंश्योरेंस द्वारा फार्मर्स नू फाइनैंशियल सिक्योरिटी प्रोवाइड करवाने लिए बेसिकली क्रॉप के उत्ते इंश्योरेंस प्रोवाइड करवाने लिए लॉन्च किया गया महाराष्ट्र और कर्नाटका दे विच। ठीक है, याद रखना है किहड़ी स्टेट? महाराष्ट्र और कर्नाटका दे विच। ठीक है जी। अज दे लई बस इन्ना ही। आई होप तुहानूं सैशन पसंद आया होगा। सैशन नूं लाइक और शेयर जरूर करते रहो अपने फ्रेंड्स के नाल, जिथे भी शेयर कर सकते हो तुसीं अपने फ्रेंड्स के नाल शेयर जरूर करते रहो। थैंक यू फॉर वॉचिंग द सैशन। गुड बाय।